ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕੀ ਸਾਜੀ ਨਵਾਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਦੀ ਗੁਰਬਾਣੀ ਇਸ ਸੰਸਾਰ ਦੇ ਵਿੱਚ ਭੁੱਲੇ ਹੋਏ ਮਨ ਦੀ ਅਗਵਾਈ ਕਰ ਰਹੀ ਹੈ। ਗੁਰੂ ਸਾਹਿਬਾਂ ਦਾ ਜੋ ਜੀਵਨ ਸਦਾ ਹੀ ਇਸ ਸੰਸਾਰ ਦੇ ਵਿੱਚ ਆਪਣਾ ਮਾਰਗਦਰਸ਼ਨ ਕਰਦਾ ਰਹੇਗਾ। ਜੋ ਉਹਨਾਂ ਨੇ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਸਾਡੀ ਅਗਵਾਈ ਕੀਤੀ, ਜੋ ਗੁਰਬਾਣੀ ਇੱਕ ਗੁਰਮਤ ਜੀਵਨ ਜਾਚ ਦੱਸ ਰਹੀ ਹੈ, ਉਹਨਾਂ ਉਸ ਜੀਵਨ ਨੂੰ ਆਪ ਦੇ ਉੱਪਰ ਹੰਢਾਇਆ ਤੇ ਸਾਡੇ ਸਾਹਮਣੇ ਇੱਕ ਐਸਾ ਗੁਰਮੁਖ ਜੀਵਨ ਪੇਸ਼ ਕੀਤਾ ਹੈ ਜਿਸ ਤੋਂ ਅੱਜ ਸਮੁੱਚਾ ਜਗਤ ਮਨੁੱਖੀ ਜਾਮਾ ਸੇਧ ਲੈ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਵਿੱਚੋਂ ਥੋੜ੍ਹੀ ਜਿਹੀ ਵਿਚਾਰ ਨੂੰ ਅੱਜ ਆਪਾਂ ਲੈ ਕੇ ਚੱਲਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਬੱਚੇ ਸਨ ਤੇ ਸਤ ਸੰਗਤ ਦੇ ਵਿੱਚ ਆਉਣਾ, ਗੁਰੂ ਦੇ ਵਿਚਾਰ ਨੂੰ ਸੁਣਨਾ, ਜਿਸ ਦੇ ਨਾਲ ਉਹਨਾਂ ਦੇ ਅੰਦਰ ਬਚਪਨ ਤੋਂ ਹੀ ਉਸ ਸੱਚ ਪਰਮੇਸ਼ਰ ਦੀ ਖੋਜ ਕਰਨ ਦੀ ਤੜਫ ਬਣ ਚੁੱਕੀ ਸੀ। ਪਰ ਪਰਿਵਾਰ ਦੇ ਵਿੱਚ ਜੋ ਵੱਡਾ ਭਰਾ ਪ੍ਰਿਥੀ ਚੰਦ ਸੀ, ਉਹ ਦੁਬਦਾ ਦੇ ਵਸ, ਈਰਖਾ ਦੇ ਵਸ ਚਲਾ ਗਿਆ, ਕਿਉਂਕਿ ਸੰਗਤ ਨਹੀਂ ਸੀ ਕਰਦਾ, ਗੁਰੂ ਦੀ ਬਾਣੀ ਦੀ ਵਿਚਾਰ ਨੂੰ ਨਹੀਂ ਸੀ ਸਰਵਣ ਕਰਦਾ ਤੇ ਉਸ ਦਾ ਜੋ ਮਨ ਸੀ ਉਹ ਕਾਲ ਨੇ ਆਪ ਦੇ ਅਧੀਨ ਕਰ ਲਿਆ। ਜਿੱਥੇ ਜਾ ਕੇ ਮਹਾਰਾਜ ਗੁਰਬਾਣੀ ਦਾ ਬਚਨ ਹੈ, ਮਨ ਵਸ ਦੂਤਾਂ ਦੁਰਮਤ ਦੋਏ। ਜਦੋਂ ਮਨ ਕਾਲ ਦੇ ਅਧੀਨ ਚਲਾ ਜਾਂਦਾ ਹੈ, ਫਿਰ ਇਸ ਦੇ ਅੰਦਰ ਹਉਮੈ ਆ ਜਾਂਦੀ ਹੈ। ਈਰਖਾ ਦੇ ਵਿੱਚ ਆ ਕੇ ਇਹ ਆਪ ਦੀ ਮੱਤ ਵਰਤਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਮੇਂ-ਸਮੇਂ ਸਿਰ ਪਤਾ ਲੱਗਦਾ ਰਿਹਾ। ਉਹ ਸਮਝਾਉਂਦੇ ਵੀ ਰਹੇ, ਪਰ ਪ੍ਰਿਥੀ ਚੰਦ ਦਾ ਜੋ ਸੁਭਾਅ ਸੀ ਉਸ ਵਿੱਚ ਤਬਦੀਲੀ ਨਾ ਆਈ। ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਵੀ ਇਸ ਸੰਸਾਰ ਦੇ ਵਿੱਚ ਦੋ ਰਸਤੇ ਚੱਲਦੇ ਨੇ, ਲਿਵ ਅਤੇ ਧਾਤ ਦੇ। ਤੇਰਾ ਵੱਡਾ ਭਰਾ ਧਾਤ ਦੇ ਰਸਤੇ ਚੱਲ ਪਿਆ ਹੈ, ਉਸ ਦੇ ਅੰਦਰ ਮਾਇਆ ਦਾ ਮੋਹ ਪੈਦਾ ਹੋ ਗਿਆ ਹੈ। ਮਾਇਆ ਦੇ ਮੋਹ ਦੇ ਵਿੱਚ ਉਹ ਐਸੀ ਅਵਸਥਾ ਵਿੱਚ ਚਲਾ ਗਿਆ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣ ਹੈ ਬਹੁ ਰੋਲ ਕਚੋਲਾ। ਉਸ ਦੇ ਮਨ ਦੇ ਉੱਪਰ ਮਾਇਆ ਨੇ, ਤ੍ਰੈ ਗੁਣਾ ਨੇ ਆਪ ਦਾ ਪ੍ਰਭਾਵ ਪਾ ਲਿਆ ਹੈ। ਜੇ ਤੁਸੀਂ ਵੀ ਧਾਤ ਦੇ ਰਸਤੇ ਚੱਲੋਗੇ, ਤੁਹਾਡਾ ਭਰਾਵਾਂ ਦਾ ਆਪਸ ਵਿੱਚ ਟਕਰਾਅ ਹੋ ਜਾਏਗਾ। ਤੁਸੀਂ ਲਿਵ ਦੇ ਰਸਤੇ ਚੱਲੋ, ਸ਼ਬਦ ਦੀ ਕਮਾਈ ਕਰੋ ਤੇ ਸੰਗਤ ਵਿੱਚ ਆਓ। ਸੰਗਤ ਵਿੱਚ ਆ ਕੇ ਹਰ ਜਸ ਕਰੋ, ਹਰ ਜਸ ਸੁਣੋ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਮੁਖਾਂ ਦਾ, ਗੁਰੂ ਸਾਹਿਬਾਂ ਦਾ ਹੁਕਮ ਮੰਨਿਆ ਤੇ ਦੁਬਦਾ ਤੋਂ ਉੱਪਰ ਉੱਠ ਕੇ ਸ਼ਬਦ ਦੀ ਕਮਾਈ ਕਰਨ ਲੱਗੇ। ਜਿਸ ਦੌਰਾਨ ਸੰਗਤ ਵਿੱਚ ਆਉਂਦਿਆਂ ਹੋਇਆਂ, ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਉਹ ਇਸ ਭਵ ਸਾਗਰ ਨੂੰ ਤਰ ਗਏ, ਪਾਰ ਕਰ ਗਏ ਤੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵੇਸ਼ ਹੋਏ। ਸੰਗਤ ਵਿੱਚ ਬੈਠੇ ਨੇ,
ਵਿਚਾਰ ਚੱਲ ਪਈ ਵੀ ਕੋਈ ਐਸਾ ਗੁਰਮੁਖ ਹੋਵੇ ਜਿਹੜਾ ਭਵ ਸਾਗਰ ਨੂੰ ਪਾਰ ਕਰਕੇ ਸੱਚੇ ਮਹਿਲ ਦੇ ਵਿੱਚ ਪ੍ਰਵੇਸ਼ ਕੀਤਾ ਹੋਵੇ। ਹੁਣ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਅਸੀਂ ਗੁਰੂ ਦੀ ਸ਼ਰਨ ਵਿੱਚ ਗਏ ਹਾਂ, ਗੁਰੂ ਤੋਂ ਸ਼ਬਦ ਲੈ ਕੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਤੇ ਭਵ ਸਾਗਰ ਨੂੰ ਪਾਰ ਕਰਕੇ ਉਸ ਸੱਚੇ ਘਰ ਦੇ ਵਿੱਚ ਪ੍ਰਵੇਸ਼ ਹੋਏ ਹਾਂ। ਕੂੜ ਦੀ ਪਾਲ ਨੂੰ ਤੋੜਿਆ ਹੈ, ਭਰਮ ਦੇ ਪਰਦੇ ਨੂੰ ਪਾਸੇ ਕੀਤਾ ਹੈ ਤੇ ਉਸ ਸੱਚ ਦੇ ਸਨਮੁਖ ਸਾਡਾ ਜੋ ਮਨ ਹੈ ਉਹ ਹੋਇਆ ਹੈ। ਉਹ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਬਚਨ ਲਿਖ ਰਹੇ ਨੇ ਆਪਦੇ ਜੀਵਨ ਦਾ ਪ੍ਰੈਕਟੀਕਲ। ਫਰਮਾ ਰਹੇ ਨੇ, ਗੁਰ ਮਿਲ ਜੀਤਾ ਹਰ ਹਰ ਕੀਤਾ, ਟੂਟੀ ਭੀਤਾ ਭਰਮ ਗੜਾ। ਜਦੋਂ ਭਰਮ ਦਾ ਗੜ ਟੁੱਟਿਆ ਹੈ, ਮਨ ਜਾਗਰਤ ਅਵਸਥਾ ਵਿੱਚ ਆਇਆ ਹੈ ਤੇ ਉਸ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਹੈ। ਹੋਰ ਸਹਿਜ ਵਿੱਚ ਗਏ ਨੇ, ਅੰਤਰਮੁਖੀ ਹੋ ਕੇ ਉਸ ਪਰਮਾਤਮਾ ਦੇ ਨਾਲ ਵਿਚਾਰਾਂ ਵੀ ਕੀਤੀਆਂ, ਜਿੱਥੇ ਫਿਰ ਉਹਨਾਂ ਨੇ ਜਾਗਰਤ ਅਵਸਥਾ ਵਿੱਚ ਆ ਕੇ ਜਿੱਥੇ ਬੈਠ ਕੇ ਗੱਲ ਹੋਈ, ਜੋ ਸਨਮੁਖ ਬੈਠੇ ਨੇ ਉਥੋਂ ਦੀ ਅਵਸਥਾ ਲਿਖੀ ਹੈ। ਉਸ ਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰਬਾਣੀ ਵਿੱਚ ਫਰਮਾ ਰਹੇ ਨੇ, ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰਹਿ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਸਭ ਤੋਂ ਉੱਚਾ ਆਸਣ ਹੈ ਜਿੱਥੇ ਸਾਡੇ ਅੰਦਰ ਗਗਨ ਦੇ ਵਿੱਚ ਜਿੱਥੇ ਸ਼ਬਦ ਪ੍ਰਗਟ ਹੈ, ਉਸ ਸ਼ਬਦ ਦੇ ਸਨਮੁਖ ਬੈਠ ਕੇ ਉਸ ਨਿਰੰਕਾਰ ਦੇ ਨਾਲ ਗੱਲਬਾਤ ਹੋਈ। ਉੱਥੋਂ ਦੀ ਨਿਸ਼ਾਨੀ, ਉੱਥੋਂ ਦੀ ਅਵਸਥਾ ਉਹ ਗੁਰਬਾਣੀ ਦੇ ਵਿੱਚ ਦੱਸ ਰਹੇ ਨੇ, ਜਿੱਥੇ ਸਾਡੇ ਅੰਦਰ ਮਾਲਕ ਬੈਠੇ ਨੇ। ਉੱਥੋਂ ਦੀ ਕੀ ਅਵਸਥਾ ਹੈ? ਫਰਮਾ ਰਹੇ ਨੇ ਗੁਰਬਾਣੀ ਦੁਆਰਾ, ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰਹਿ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਤੇ ਉਥੇ ਪੰਜਾਂ ਸ਼ਬਦਾਂ ਦੁਆਰਾ ਲਗਾਤਾਰ ਧੁਨਾਂ ਉਹ ਪ੍ਰਗਟ ਹੋ ਰਹੀਆਂ ਨੇ, ਜਿੱਥੇ ਅੱਗੇ ਚੱਲ ਕੇ ਮਾਲਕ ਦਾ ਪ੍ਰਕਾਸ਼ ਹੁੰਦਾ ਹੈ। ਪੰਜ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਖ ਘਣ ਗਾਜੇ। ਹੁਣ ਉੱਥੇ ਉਹਨਾਂ ਦਾ ਮਿਲਾਪ ਹੋਇਆ, ਮਾਲਕ ਨਾਲ ਵਿਚਾਰ ਵਟਾਂਦਰਾ ਹੋਇਆ ਤੇ ਜੋ ਨਾਮ ਦਾ ਖਜ਼ਾਨਾ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਨ ਨੇ ਪ੍ਰਾਪਤ ਕੀਤਾ। ਜਦੋਂ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ, ਮਾਲਕ ਨੇ ਉਹਨਾਂ ਦਾ ਲੇਖਾ ਸਾਫ਼ ਕਰ ਦਿੱਤਾ। ਜਿਸ ਗੁਰਮੁਖ ਨੂੰ ਨਾਮ ਦਾ ਨਿਧਾਨ ਪ੍ਰਾਪਤ ਹੁੰਦਾ ਹੈ, ਉਸ ਦੇ ਭੰਡਾਰੇ ਸਿਫਤ ਸਲਾਹ ਦੇ ਨਾਲ ਭਰ ਜਾਂਦੇ ਨੇ। ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਫਿਰ ਇੱਥੇ ਵਿਚਰ ਰਹੇ ਨੇ ਸੰਸਾਰ ਦੇ ਵਿੱਚ, ਉਹਨਾਂ ਦੀ ਮਾਤਾ ਤੋਂ ਜਦੋਂ ਪੁੱਛਦੇ ਨੇ ਗੁਰਮੁਖ ਵੀ ਤੁਹਾਡਾ ਬੱਚਾ ਕੀ ਕਮਾਈ ਕਰ ਰਿਹਾ ਹੈ, ਤੇ ਮਾਤਾ ਜੀ ਨੇ ਬੱਚੇ ਨੂੰ ਪੁੱਛਦੇ ਨੇ, ਗੁਰੂ ਅਰਜਨ ਦੇਵ ਜੀ ਫਿਰ ਅੱਗੋਂ ਸਮਝਾਉਂਦੇ ਨੇ, ਵਿਚਾਰ ਕਰਦੇ ਨੇ ਵੀ ਮੈਂ ਸ਼ਬਦ ਦਾ ਕਮਾਈ ਕਰਕੇ ਨਾਮ ਦਾ ਖਜ਼ਾਨਾ ਇਕੱਠਾ ਕਰ ਰਿਹਾ ਹਾਂ ਤੇ ਮਾਲਕ ਨੇ ਕਿਰਪਾ ਕਰਕੇ ਉਹ ਜੋ ਖਜ਼ਾਨਾ ਹੈ ਉਹ ਬਖਸ਼ਿਸ਼ ਕੀਤਾ ਹੈ। ਹੁਣ ਇਹ ਜੋ ਨਾਮ ਹੈ ਇਹੀ ਮੇਰੇ ਜੀਵਨ ਦਾ ਆਧਾਰ ਬਣ ਗਿਆ ਹੈ। ਇਸੇ ਦਾ ਹੀ ਗਿਆਨ, ਇਸੇ ਦਾ ਧਿਆਨ
ਇਸੇ ਦੁਆਰਾ ਅਸੀਂ ਭਵ ਸਾਗਰ ਨੂੰ ਪਾਰ ਕਰਦੇ ਹਾਂ ਤੇ ਉਸ ਸੱਚ ਦੇ ਜਾ ਕੇ ਮਿਲਾਪ ਕਰਦੇ ਹਾਂ। ਇਹ ਜੋ ਘਰ ਦਾ ਕੰਮ ਹੈ, ਇਹ ਮੈਨੂੰ ਗੁਰੂ ਨੇ ਬਖਸ਼ਿਸ਼ ਕੀਤਾ ਹੈ। ਕੀ ਆਪਾਂ ਨੂੰ ਗੁਰਬਾਣੀ ਵਿੱਚ ਬਚਨ ਕਰਦੇ ਨੇ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਖ ਨਾ ਵਿਸਰੇ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ। ਮਾਈ ਖਟ ਆਇਓ ਘਰ ਪੂਤਾ, ਹਰ ਧਨ ਬੈਸੇ ਹਰ ਧਨ ਚਲਤੇ, ਹਰ ਧਨ ਜਾਗਤ ਸੂਤਾ। ਹਰ ਧਨ ਮੇਰੀ ਚਿੰਤ ਵਿਸਾਰੀ, ਹਰ ਧਨ ਲਾਹਿਓ ਧੋਖਾ, ਹਰ ਧਨ ਤੇ ਮੈਂ ਨਵਨਿਧ ਪਾਈ, ਹਾਥ ਚੜ੍ਹਿਓ ਹਰ ਥੋਕਾ। ਹੁਣ ਇਹ ਖਜ਼ਾਨਾ ਜਦੋਂ ਪ੍ਰਾਪਤ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਉਹਨਾਂ ਨੇ ਫਿਰ ਆਪਣੀ ਜੋ ਮਾਲਕ ਦੇ ਸਨਮੁਖ ਬੈਠ ਕੇ ਬਾਣੀ ਉਚਾਰਨ ਹੋਈ, ਉਹ ਬਾਣੀ ਨੂੰ ਇਕੱਠਾ ਕਰਵਾਇਆ, ਦੂਸਰੇ ਗੁਰੂ ਸਾਹਿਬਾਂ ਦੀ ਬਾਣੀ ਨੂੰ ਇਕੱਤਰ ਕਰਵਾਇਆ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਵਾਇਆ। ਜਿਹੜੇ ਜਿਹੜੇ ਗੁਰਮੁਖ ਸੱਚ ਨੂੰ ਮਿਲੇ, ਸਨਮੁਖ ਬੈਠੇ ਨੇ, ਜਾਗਰਤ ਅਵਸਥਾ ਵਿੱਚ ਆਏ, ਤ੍ਰੈ ਗੁਣਾਂ ਤੋਂ ਮਨ ਉੱਪਰ ਉੱਠਿਆ, ਉਹਨਾਂ ਦੀ ਬਾਣੀ ਨੂੰ ਇਕੱਤਰ ਕਰਵਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੋਥੀ ਪਰਮੇਸ਼ਰ ਕਾ ਥਾਨ ਦਾ ਖਿਤਾਬ ਦਿੱਤਾ ਤੇ ਬਚਨ ਕੀਤਾ ਵੀ ਜੇ ਕੋਈ ਗੁਰਮੁਖ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਉਹ ਬਾਣੀ ਦੀ ਵਿਚਾਰ ਕਰੇਗਾ ਤੇ ਉਸ ਦੇ ਮਨ ਦਾ ਵਾਸਾ ਨਿਜ ਘਰ ਦੇ ਵਿੱਚ ਹੋ ਜਾਏਗਾ। ਫਰਮਾ ਰਹੇ ਨੇ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਹੁਣ ਸੱਚ ਦੀ ਉਸਤਤ ਹੋਣ ਲੱਗੀ, ਹਰੀ ਦੇ ਮੰਦਰ ਦੀ ਰਚਨਾ ਹੋਈ ਤੇ ਸੱਚ ਦੀ ਵਡਿਆਈ ਹੋਣ ਲੱਗੀ, ਨਾਮ ਦੀ ਮਹਿਮਾ ਹੋਣ ਲੱਗੀ, ਸੰਗਤਾਂ ਨੂੰ ਮਨ ਦੀ ਖੁਰਾਕ ਮਿਲਣ ਲੱਗੀ। ਪਰ ਬਹੁਤ ਸਾਰੇ ਮਨਮੁਖ ਐਸੇ ਹੁੰਦੇ ਨੇ ਜਿਹੜੇ ਆਪ ਜਦੋਂ ਮਾਲਕ ਦੇ ਨਾਮ ਨਹੀਂ ਜਪਦੇ, ਦੂਸਰੇ ਨਾਲ ਦੁਬਦਾ ਕਰਦੇ ਨੇ। ਹੁਣ ਉਹ ਇਸ ਚੀਜ਼ ਨੂੰ ਨਹੀਂ ਵਿਚਾਰਦੇ ਵੀ ਜਿਹੜੇ ਗੁਰਮੁਖ ਹੁੰਦੇ ਨੇ, ਉਹਨਾਂ ਨੇ ਆਪ ਦਾ ਆਪਾ ਖਤਮ ਕੀਤਾ ਹੁੰਦਾ ਹੈ, ਫਿਰ ਹੀ ਉਹ ਦਰ ਦੇ ਉੱਪਰ ਪ੍ਰਵਾਨ ਗਿਣੇ ਜਾਂਦੇ ਨੇ। ਮਨਮੁਖ ਚਾਹੁੰਦਾ ਹੈ ਵੀ ਮੈਨੂੰ ਹਉਮੈ ਦੇ ਵਿੱਚ ਜੋ ਇਸ ਸੰਸਾਰ ਦਾ ਰਾਜ ਭਾਗ ਜਿਵੇਂ ਪ੍ਰਾਪਤ ਹੁੰਦਾ ਹੈ, ਉਸੇ ਤਰ੍ਹਾਂ ਜੋ ਇਹ ਅਕਥ ਦਾ ਖਜ਼ਾਨਾ ਹੈ ਇਹ ਵੀ ਪ੍ਰਾਪਤ ਹੋ ਜਾਏ, ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਗੁਰਮੁਖ ਦਾ ਸਤਿਕਾਰ ਹੁੰਦਾ ਹੈ, ਉਹ ਮਨਮੁਖ ਵੀ ਇਸ ਸਤਿਕਾਰ ਨੂੰ ਲੋਚਣਾ ਸ਼ੁਰੂ ਕਰ ਦਿੰਦਾ ਹੈ। ਹੁਣ ਪ੍ਰਿਥੀ ਚੰਦ ਇਸ ਗੱਲ ਨੂੰ ਨਹੀਂ ਸੀ ਵਿਚਾਰ ਸਕਿਆ, ਕਿਉਂਕਿ ਉਸ ਨੇ ਸੰਗਤ ਨਹੀਂ ਕੀਤੀ, ਨਾਮ ਨਹੀਂ ਧਿਆਇਆ, ਸ਼ਬਦ ਦੀ ਕਮਾਈ ਨਹੀਂ ਕੀਤੀ। ਉਹ ਚਾਹੁੰਦਾ ਸੀ ਵੀ ਇਸੇ ਤਰ੍ਹਾਂ ਇਹ ਜੋ ਇਹ ਹੱਕ ਇਹਨਾਂ ਨੂੰ ਮਿਲਿਆ ਏ, ਇਹ ਉਸ ਦਾ ਬਣਦਾ ਸੀ। ਤੇ ਨਾਲ ਹੀ ਜਦੋਂ ਸੰਗਤ ਦੇ ਵਿੱਚ ਮਹਾਰਾਜ ਦੀ ਉਸਤਤ ਹੁੰਦੀ, ਉਸ ਦੇ ਅੰਦਰ ਈਰਖਾ ਪੈਦਾ ਹੋਣ ਲੱਗੀ। ਸੋ ਹੋਰ ਕਈ ਕਾਰਨ ਬਣੇ। ਗੁਰੂ ਦੀ ਬਾਣੀ ਦੀ ਰਚਨਾ ਇੱਕ ਇਹ ਕਾਰਨ ਵੀ ਬਣ ਗਿਆ ਵੀ ਇਹਨਾਂ ਨੇ ਇੱਕ ਗ੍ਰੰਥ ਦੀ ਸਿਰਜਣਾ ਕਰ ਦਿੱਤੀ ਹੈ, ਜਿਸ ਤੋਂ ਬਹੁਤ ਸਾਰੇ ਜੀਵ ਸੇਧ ਲੈ ਰਹੇ ਨੇ, ਆਪਦੇ ਜੀਵਨ ਦੇ ਵਿੱਚ ਸਫਲ ਹੋ ਰਹੇ ਨੇ। ਉਸ ਮਨੋਰਥ ਜੋ ਪਰਮਾਤਮਾ ਨੂੰ ਮਿਲਣ ਦਾ, ਉਹ ਲੋਕਾਂ ਦਾ ਮਨਾਂ ਦਾ ਪੂਰਾ ਹੋਣ ਲੱਗਾ। ਸੰਗਤ ਹਰੀ ਦੇ ਮੰਦਰ ਵਿੱਚ ਜੁੜਨ ਲੱਗੀ, ਜਿਸ ਕਰਕੇ ਬਹੁਤ ਸਾਰੇ ਜੀਵ ਜਿਹੜੇ ਮਨਮੁਖ ਸੀ, ਉਹਨਾਂ ਨੇ ਇਹ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ। ਤੇ ਉਸ ਮੌਕੇ ਤੇ ਜੋ ਰਾਜ ਦਰਬਾਰੇ ਸਨ, ਉਹਨਾਂ ਤੱਕ ਇਹ ਗੱਲ ਪਹੁੰਚਾਈ ਗਈ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਜਿਹੜਾ ਪ੍ਰਚਾਰ ਕਰ ਰਹੇ ਨੇ, ਇਹ ਆਉਣ ਵਾਲੇ ਸਮੇਂ ਵਿੱਚ ਉਹਨਾਂ ਵਾਸਤੇ ਖਤਰਾ ਬਣ ਸਕਦੇ ਨੇ।
ਹੁਣ ਗੁਰਮੁਖ ਜਿਹੜੇ ਨੇ ਉਹ ਮਾਲਕ ਦੇ ਹੁਕਮ ਵਿੱਚ ਚੱਲਦੇ ਨੇ ਤੇ ਨਿਰਭਉ ਹੋ ਕੇ ਵਿਚਰਦੇ ਨੇ, ਨਿਰਵੈਰ ਹੋ ਕੇ ਵਿਚਰਦੇ ਨੇ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਬਿਧਾ ਤੋਂ ਉੱਪਰ ਉੱਠੇ ਹੋਏ ਸਨ। ਉਹਨਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਉਸ ਨੂੰ ਆਪਦੇ ਜੀਵਨ ਵਿੱਚ ਵਸਾਇਆ ਸੀ ਤੇ ਉਹਨਾਂ ਨੇ ਇਸ ਅਵਸਥਾ ਨੂੰ, ਜਿਹੜੇ ਮਨਮੁਖ ਨੇ ਜਦੋਂ ਨਿੰਦਿਆ ਚੁਗਲੀ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਨਾਂ ਤੇ ਸੰਮਨ ਜਾਰੀ ਕਰ ਦਿੱਤੇ ਗਏ ਤੇ ਬਹਾਨਾ ਬਣਾਇਆ ਗਿਆ ਕਿ ਜੋ ਸੰਗਤ ਦੀ ਮਾਇਆ ਇਕੱਠੀ ਹੁੰਦੀ ਹੈ ਉਸ ਵਿੱਚੋਂ ਦਸਵੰਧ ਦਿੱਤਾ ਜਾਏ, ਟੈਕਸ ਦਿੱਤਾ ਜਾਏ। ਮਹਾਰਾਜ ਕਹਿਣ ਲੱਗੇ ਵੀ ਸੰਗਤ ਦਾ ਧਨ ਹੈ, ਸੰਗਤ ਦੇ ਕਾਰਜ ਵਿੱਚ ਵਰਤਿਆ ਜਾਏਗਾ। ਇਸ ਤਰ੍ਹਾਂ ਮਨਮੁਖ ਪਹਿਲੋਂ ਹੀ ਇਸ ਗੱਲ ਨੂੰ ਚਾਹੁੰਦੇ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਸੰਮਨ ਜਾਰੀ ਹੋਏ ਵੀ ਲਾਹੌਰ ਪੇਸ਼ ਕੀਤਾ ਜਾਏ ਤੇ ਗੁਰਸਿੱਖਾਂ ਦੇ ਨਾਲ ਵਿਚਾਰ ਹੋਈ, ਗੁਰਮੁਖ ਕਹਿਣ ਲੱਗੇ ਵੀ ਅਸੀਂ ਵੀ ਚਿੱਠੀ ਦਾ ਜਵਾਬ ਚਿੱਠੀ ਵਿੱਚ ਦੇ ਦਿੰਦੇ ਹਾਂ। ਕੁਝ ਗੁਰਮੁਖ ਕਹਿਣ ਲੱਗੇ ਵੀ ਤੁਸੀਂ 2 ਗੁਰਮੁਖ ਭੇਜ ਦਿਓ, ਉਹ ਜਾ ਕੇ ਗੱਲ ਕਰ ਲੈਣਗੇ। ਇਸ ਤਰ੍ਹਾਂ ਕੁਝ ਹੋਰ ਵਿਚਾਰਾਂ ਕਰਨ ਲੱਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਸਹਿਜ ਵਿੱਚ ਸਨ। ਉਹਨਾਂ ਨੇ ਕੀ ਬਚਨ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ ਦਰਜ ਹੈ। ਮਹਾਰਾਜ ਫਰਮਾ ਰਹੇ ਨੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਤੂੰ ਹੀ ਧਿਆਇਆ। ਉਹਨਾਂ ਨੇ ਸਾਰੀਆਂ ਸਲਾਹਾਂ ਨੂੰ, ਸਾਰੇ ਮਤਿਆਂ ਨੂੰ ਛੱਡ ਕੇ ਪ੍ਰਮਾਤਮਾ ਦੇ ਨਾਲ ਲਿਵ ਜੋੜੀ ਵੀ ਹੋਵੇਗਾ ਉਹੀ ਜੋ ਪ੍ਰਮਾਤਮਾ ਨੂੰ ਪਾਉਂਦਾ ਹੈ। ਲਾਹੌਰ ਚਲੇ ਗਏ। ਉਸ ਮੁਤਾਬਕ ਫਿਰ ਸਜ਼ਾ ਸੁਣਾਈ ਗਈ ਵੀ ਤੁਸੀਂ ਸਰਕਾਰੀ ਹੁਕਮ ਅਬਦੂਲੀ ਕਰਦੇ ਹੋ, ਜਾਂ ਤਾਂ ਕੋਈ ਤੁਸੀਂ ਕਰਾਮਾਤ ਦਿਖਾਓ। ਹੁਣ ਉੱਥੇ ਗੁਰਮੁਖ ਇਸ ਗੱਲ ਨੂੰ ਸਮਝਦਾ ਹੈ ਵੀ ਜੇ ਤਾਂ ਪਰਮਾਤਮਾ ਮਾਰਨਾ ਚਾਹੁੰਦਾ ਹੈ ਫਿਰ ਕੋਈ ਬਚਾ ਨਹੀਂ ਸਕਦਾ, ਤੇ ਜੇ ਮਨ ਆਪਦੇ ਕੋਲੋਂ ਕਾਲ ਦੇ ਵਸ ਹੋ ਕੇ ਫੁਰਨਾ ਲੈ ਰਿਹਾ ਹੈ, ਉਹ ਫੁਰਨਾ ਕਦੀ ਪੂਰਾ ਨਹੀਂ ਹੋਏਗਾ। ਹੁਣ ਇੱਥੇ ਗੁਰਬਾਣੀ ਦੇ ਵਿੱਚ ਬਚਨ ਹੈ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਵੀ ਆਪ ਹੀ ਪਾਉਣ ਹੈ, ਆਪ ਹੀ ਪਾਣੀ ਹੈ, ਆਪ ਹੀ ਅਗਨ ਹੈ, ਆਪ ਹੀ ਮਾਰਨ ਵਾਲਾ ਹੈ, ਆਪ ਹੀ ਰੱਖਣ ਵਾਲਾ ਹੈ। ਮਾਰੇ ਰਾਖੇ ਏਕੋ ਆਪ, ਮਾਨਸ ਕੇ ਕਿਛ ਨਾਹੀ ਹਾਥ। ਹੁਣ ਉੱਥੇ ਜਦੋਂ ਗੁਰਮੁਖ ਜਾਗਦੇ ਨੇ ਉਹ ਸਮਝ ਜਾਂਦੇ ਨੇ ਵੀ ਨਿਰਗੁਣ ਵਿੱਚੋਂ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ, ਸਰਗੁਣ ਦੇ ਰੂਪ ਵਿੱਚ ਮਾਰਨਾ ਚਾਹੁੰਦਾ ਹੈ। ਸਰਗੁਣ ਅਤੇ ਨਿਰਗੁਣ ਦੋਵੇਂ ਹੀ ਉਸ ਦਾ ਰੂਪ ਨੇ। ਜਿੰਨਾ ਚਿਰ ਉਹਨਾਂ ਦੇ ਅੰਦਰ ਬੈਠਾ ਹੋਇਆ ਆਪ ਹੁਕਮ ਨਹੀਂ ਕਰਦਾ, ਉਹਨਾਂ ਚਿਰ ਸਾਨੂੰ ਕੁਝ ਨਹੀਂ ਹੋਏਗਾ। ਇਸ ਕਰਕੇ ਉਹ ਨਿਰਭਉ ਹੋ ਕੇ ਚੱਲਦੇ ਨੇ। ਉਸ ਅਵਸਥਾ ਵਿੱਚ ਮਹਾਰਾਜ ਆਪਾਂ ਨੂੰ ਵੀ ਦੱਸ ਰਹੇ ਨੇ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਹੁਣ ਉਹਨਾਂ ਨੇ ਸ਼ਬਦ ਵਿੱਚ ਸੁਰਤ ਜੁੜੀ ਹੋਏ ਸਮਾਏ ਹੋਏ ਸੀ ਗੁਰਮੁਖ, ਸੱਚ ਵਿੱਚ ਧਿਆਨ ਲਾ ਕੇ ਬੈਠ ਗਏ। ਸਰਗੁਣ ਵੱਲ ਵੀ ਦੇਖ ਰਹੇ ਨੇ, ਨਿਰਗੁਣ ਵੱਲ ਵੀ ਦੇਖ ਰਹੇ ਨੇ ਤੇ ਮਾਲਕ ਦੇ ਰੰਗ ਵਿੱਚ ਰੰਗੇ ਹੋਏ
ਉਸ ਦੀ ਭਗਤੀ ਵਿੱਚ ਲੀਨ ਨੇ। ਮਨਮੁਖ ਨੇ ਕੋਸ਼ਿਸ਼ ਕੀਤੀ ਵੀ ਅਗਨ ਦੁਆਰਾ ਸੇਕ ਲਾਉਣ ਦੀ, ਸਰੀਰ ਨੂੰ ਕਸ਼ਟ ਦੇਣ ਦੀ। ਹੁਣ ਉੱਥੇ ਜਦੋਂ ਅਸੀਂ ਸ਼ਬਦ ਦਾ ਰੱਖਿਆ ਚੱਕਰ ਬਣਾ ਲੈਂਦੇ ਨੇ ਗੁਰਮੁਖ, ਉੱਥੇ ਫਿਰ ਤੱਤੀ ਵਾਰ ਨਹੀਂ ਲੱਗਦੀ। ਜਿੱਥੇ ਚੱਲ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਨੇ, ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਸ਼ਬਦ ਦਾ ਨਿਰਾਕਾਰ ਦਾ ਰੱਖਿਆ ਚੱਕਰ ਬਣ ਗਿਆ ਤੇ ਉਹ ਅਗਨ ਦਾ ਸੇਕ ਨਾ ਲੱਗਾ। ਮਨਮੁਖ ਨੂੰ ਹੋਰ ਦੁੱਖ ਹੋਇਆ ਵੀ ਅਸੀਂ ਇਹਨਾਂ ਨੂੰ ਅਗਨ ਦੁਆਰਾ ਕਸ਼ਟ ਦੇ ਰਹੇ ਹਾਂ, ਦੁੱਖ ਦੇ ਰਹੇ ਹਾਂ, ਪਰ ਇਹਨਾਂ ਦਾ ਧਿਆਨ ਇਹ ਭੰਗ ਨਹੀਂ ਹੋ ਰਿਹਾ, ਇਹ ਲਿਵ ਜੁੜੀ ਹੋਈ ਹੈ। ਇੱਥੇ ਮਹਾਰਾਜ ਗੁਰਬਾਣੀ ਦਾ ਬਚਨ ਹੈ, ਤਪਤ ਮਾਹੇ ਠੰਡ ਵਰਤਾਈ। ਜਿੰਨੀ ਮਰਜ਼ੀ ਮਨਮੁਖ ਕੋਸ਼ਿਸ਼ ਕਰ ਲਵੇ, ਜੇ ਸਾਡੀ ਲਿਵ ਨਾਮ ਵਿੱਚ ਜੁੜੀ ਹੋਈ ਹੈ ਤੇ ਸਾਡੇ ਤੱਕ ਉਹ ਦੁੱਖ ਨਹੀਂ ਪਹੁੰਚ ਸਕੇਗਾ। ਮਨ ਉਸ ਦੁੱਖ ਤੋਂ ਨਿਰਲੇਪ ਰਹੇਗਾ। ਇੱਥੇ ਚੱਲ ਕੇ ਗੁਰਬਾਣੀ ਵਿੱਚ ਜਿਸ ਤਰ੍ਹਾਂ ਮਨ ਦਾ ਦੱਸਿਆ ਹੈ ਰੱਖਿਆ ਚੱਕਰ, ਇਸੇ ਤਰ੍ਹਾਂ ਜਦੋਂ ਤਨ ਦਾ ਰੱਖਿਆ ਚੱਕਰ ਬਣ ਜਾਂਦਾ ਹੈ ਤਾਂ ਜੋ ਦ੍ਰਿਸ਼ਟਮਾਨ ਅਗਨ ਹੈ, ਇਹ ਵੀ ਸਾਡੇ ਸਰੀਰ ਦਾ ਇੱਕ ਰੋਮ ਵੀ ਨਹੀਂ ਸਾੜ ਸਕਦੀ, ਕਿਉਂਕਿ ਇਹ ਵੀ ਮਾਲਕ ਦੇ ਹੁਕਮ ਵਿੱਚ ਹੈ, ਭੈ ਵਿੱਚ ਹੈ। ਜਿੱਥੇ ਜਲ ਕੇ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ, ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪੌਣ ਬੈਸੰਤਰ ਖੇਲੇ ਵਿਡਾਣੀ, ਸੋ ਨਿਗੁਰਾ ਜੋ ਮਰ ਮਰ ਜੰਮੇ ਨਿਗੁਰੇ ਆਵਣ ਜਾਵਣਿਆ। ਦੁੱਖ ਨਿਗੁਰੇ ਨੂੰ ਲੱਗਦਾ ਹੈ, ਮਨਮੁਖ ਨੂੰ ਲੱਗਦਾ ਹੈ। ਗੁਰਮੁਖ ਜਿਹੜੇ ਨੇ ਉਹ ਪਰਮਾਤਮਾ ਦੇ ਵਿੱਚ ਲਿਵ ਜੋੜ ਕੇ ਬੈਠ ਜਾਂਦੇ ਨੇ। ਉੱਥੇ ਨਾ ਕਿਸੇ ਕਿਸਮ ਦਾ ਪੌਣ ਪਾਣੀ ਬੈਸੰਤਰ, ਇਹ ਕੋਈ ਵੀ ਮਨ ਦੀ ਅਵਸਥਾ ਨੂੰ ਨਹੀਂ ਡੁਲਾ ਸਕਦੇ। ਇਸ ਤਰ੍ਹਾਂ ਅਨੇਕਾਂ ਹੀ ਉਦਾਹਰਨਾਂ ਨੇ ਗੁਰਸਿੱਖੀ ਦੇ ਵਿੱਚ, ਗੁਰਮਤ ਦੇ ਵਿੱਚ, ਜਿੱਥੇ ਗੁਰਸਿੱਖਾਂ ਦਾ ਅਗਨ ਵੀ ਕੁਝ ਨਹੀਂ ਵਿਗਾੜ ਸਕੀ। ਤੇ ਗੁਰੂ ਅਰਜਨ ਦੇਵ ਜੀ ਤਾਂ ਆਪ ਮਾਲਕ ਦਾ ਰੂਪ ਹੋ ਚੁੱਕੇ ਸਨ। ਜਿੰਨਾ ਚਿਰ ਗੁਰਮੁਖ ਉਹ ਆਪ ਨਹੀਂ ਸਨ ਚਾਹੁੰਦੇ, ਉਹਨਾਂ ਚਿਰ ਅਗਨ ਉਹਨਾਂ ਤੱਕ ਨਹੀਂ ਸੀ ਪਹੁੰਚ ਸਕਦੀ। ਉਹ ਹੁਕਮ ਵਿੱਚ ਸਨ, ਉਹਨਾਂ ਨੇ ਆਪਣੇ ਆਪ ਦੇ ਉਸ ਅਵਸਥਾ ਨੂੰ ਜਰਨਾ ਸ਼ੁਰੂ ਕਰ ਦਿੱਤਾ, ਉਸ ਨੂੰ ਜਰ ਲਿਆ, ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਇਸੇ ਤਰ੍ਹਾਂ ਮਨਮੁਖ ਨੇ ਫਿਰ ਸਿਰ ਵਿੱਚ ਗਰਮ ਰੇਤ ਪਾ ਕੇ ਉਹਨਾਂ ਦੇ ਸਰੀਰ ਨੂੰ ਕਸ਼ਟ ਦੇਣ ਦੀ ਕੋਸ਼ਿਸ਼ ਕੀਤੀ ਵੀ ਹੁਣ ਇਹਨਾਂ ਦੇ ਅੰਦਰੋਂ ਦੁੱਖ ਲੱਗੇਗਾ ਤੇ ਇਹ ਕਸ਼ਟ ਵਿੱਚ ਚੱਲਣਗੇ। ਕਈ ਕਿਸਮ ਦਾ ਉਹਨਾਂ ਨੂੰ ਤਸੀਹੇ ਦਿੱਤੇ ਗਏ, ਪਰ ਜਦੋਂ ਗੁਰਮੁਖ ਚੌਥੇ ਪਦ ਵਿੱਚ ਹੋਣ, ਉਹ ਜਨਮ ਅਤੇ ਮਰਨ ਦੇ ਭੈ ਤੋਂ ਉੱਪਰ ਉੱਠ ਕੇ ਚੱਲਦੇ ਨੇ ਤੇ ਇਸ ਆਵਾਗਾਉਣ ਤੋਂ ਮੁਕਤ ਹੁੰਦੇ ਨੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਵੀ ਦੱਸ ਦਿੱਤਾ ਵੀ ਤੁਸੀਂ ਆਪ ਦਾ ਜ਼ੋਰ ਲਾ ਲਿਆ ਹੈ, ਤੁਸੀਂ ਕੁਝ ਨਹੀਂ ਵਿਗਾੜ ਸਕੇ। ਹੁਣ ਉੱਥੇ ਫਿਰ ਉਹਨਾਂ ਨੇ ਆਪਣੇ ਆਪ ਦੇ ਸਰੀਰ ਨੂੰ ਜਦੋਂ ਛੱਡਣ ਵਾਸਤੇ ਰਾਵੀ ਦੇ ਵਿੱਚ ਇਸ਼ਨਾਨ ਕੀਤਾ ਹੈ ਤੇ ਫਿਰ ਉਹ ਅਵਸਥਾ ਜੋ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਦੇ ਵਿੱਚ ਟੋਭਾ ਮਾਰਿਆ ਤੇ ਸਰੀਰ ਸਮੇਤ ਹੀ ਅਲੋਪ ਹੋ ਗਏ। ਉਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਰੰਕਾਰ ਦੇ ਭਾਣੇ ਨੂੰ ਮੰਨਦੇ ਹੋਏ ਸਰੀਰ ਸਮੇਤ ਹੀ ਉਸ ਸੱਚ ਵਿੱਚ ਸਮਾ ਗਏ। ਉਹ ਅਵਸਥਾ ਜਿਸ ਨੂੰ ਮਹਾਰਾਜ ਗੁਰਬਾਣੀ ਦਾ ਫਰਮਾਨ ਹੈ, ਨਿਰੰਕਾਰ ਮੈਂ ਆਕਾਰ ਸਮਾਵੇ, ਅਕਲ ਕਲਾ ਸੱਚ ਸਾਚ ਟਿਕਾਵੇ, ਸੋ ਨਰ ਗਰਭ ਜੋਨ ਨਹੀਂ ਆਵੇ।
ਇੱਥੇ ਸਾਡੇ ਅੰਤਰ ਜਦੋਂ ਜੋਤ ਪ੍ਰਗਟ ਹੋ ਜਾਂਦੀ ਹੈ, ਸੱਚ ਪ੍ਰਗਟ ਹੋ ਜਾਂਦਾ ਹੈ, ਗੁਰਮੁਖ ਆਪਦਾ ਧਿਆਨ ਉਸ ਸੱਚ ਤੇ ਟਿਕਾ ਦਿੰਦੇ ਨੇ, ਜਿਸ ਨਾਲ ਜੋਤ ਜਿਹੜੀ ਹੈ ਉਹ ਸੱਚ ਵਿੱਚ ਸਮਾ ਜਾਂਦੀ ਹੈ, ਤੱਤ ਜਿਹੜੇ ਨੇ ਇਹ ਸੁੰਨ ਵਿੱਚ ਸਮਾ ਜਾਂਦੇ ਨੇ। ਮਨਮੁਖ ਖੁਸ਼ ਹੋ ਜਾਂਦਾ ਹੈ ਵੀ ਸ਼ਾਇਦ ਅਸੀਂ ਕਸ਼ਟ ਦਿੱਤੇ ਤੇ ਫਿਰ ਇਹਨਾਂ ਦੀ ਇਹ ਹਾਲਤ ਹੋਈ। ਪਰ ਗੁਰਮੁਖ ਜਿੰਨਾ ਚਿਰ ਆਪ ਨਹੀਂ ਚਾਹੁੰਦੇ ਉਹ ਸਰੀਰ ਖੁਦ ਛੱਡਦੇ ਨੇ, ਕਿਸੇ ਦੇ ਕੀਤਿਆਂ ਨਹੀਂ ਕੁਝ ਹੁੰਦਾ। ਉਹਨਾਂ ਨੇ ਇੱਕ ਐਸਾ ਸਬਰ, ਐਸੀ ਸਹਿਣਸ਼ੀਲਤਾ, ਐਸਾ ਸਾਡੇ ਸਾਹਮਣੇ ਉਦਾਹਰਨ ਪੇਸ਼ ਕੀਤਾ ਵੀ ਭਾਵੇਂ ਤੁਸੀਂ ਕਿੰਨਾ ਹੀ ਇੱਥੇ ਅਧਿਆਤਮਿਕ ਰੂਪ ਵਿੱਚ ਪਰਮਾਤਮਾ ਦੇ ਨੇੜੇ ਹੋਵੋ, ਪਰ ਫਿਰ ਵੀ ਜਦੋਂ ਸੰਸਾਰ ਵਿੱਚ ਕਿਸੇ ਕਿਸਮ ਦੀ ਭੀੜ, ਕੋਈ ਦੁੱਖ ਆਵੇ ਤੇ ਤੁਸੀਂ ਉੱਥੇ ਡੋਲਣਾ ਨਹੀਂ ਹੈ, ਉਸ ਪਰਮਾਤਮਾ ਦਾ ਸਿਮਰਨ ਕਰਨਾ ਹੈ। ਸਾਡੇ ਸਾਹਮਣੇ ਇੱਕ ਮਿਸਾਲ, ਇੱਕ ਐਸਾ ਉਦਾਹਰਨ ਪੇਸ਼ ਕੀਤਾ। ਇਸੇ ਕਰਕੇ ਉਹ ਉਸ ਨਿਰੰਕਾਰ ਦੇ ਦਰਬਾਰ ਦੇ ਵਿੱਚ ਪ੍ਰਵਾਨ ਗਿਣੇ ਗਏ। ਸੋ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਜੋ ਅਵਸਥਾ ਉਹਨਾਂ ਨੇ ਆਪਦੇ ਜੀਵਨ ਦੌਰਾਨ ਉਸ ਪਰਮਾਤਮਾ ਦੀ ਪ੍ਰਾਪਤੀ ਕੀਤੀ, ਉਸ ਨੂੰ ਫਿਰ ਅੱਗੇ ਚੱਲ ਕੇ ਸੰਸਾਰ ਦੇ ਵਿੱਚ ਹਰੀ ਦਾ ਮੰਦਰ ਬਣਾ ਕੇ ਉੱਥੋਂ ਪ੍ਰਚਾਰ ਦੇ ਰੂਪ ਵਿੱਚ ਦੂਸਰੇ ਜੀਵਾਂ ਨੂੰ ਸਮਝਾਇਆ ਤੇ ਗੁਰਬਾਣੀ ਦੀ ਰਚਨਾ ਕਰਕੇ, ਗੁਰੂ ਗ੍ਰੰਥ ਦੀ ਰਚਨਾ ਕਰਕੇ ਸਾਡੇ ਸਨਮੁਖ ਰੱਖਿਆ। ਤੇ ਫਿਰ ਉਸ ਜੀਵਨ ਨੂੰ ਜੋ ਗੁਰਬਾਣੀ ਵਿੱਚ ਦੱਸਿਆ ਹੈ, ਆਪ ਉਸ ਤੇ ਪ੍ਰੈਕਟੀਕਲ ਕਰਕੇ ਕੇਵਲ ਅਤੇ ਕੇਵਲ ਉਸ ਪਰਮਾਤਮਾ ਦੀ ਸਿਫਤ ਸਲਾਹ ਹੀ ਮੰਗ ਕੀਤੀ। ਉਸੇ ਦੀ ਮਾਲਕ ਵੱਲੋਂ ਫਿਰ ਉਹਨਾਂ ਨੂੰ ਬਖਸ਼ਿਸ਼ ਹੋਈ। ਤੇ ਇਸ ਅਵਸਥਾ ਦੇ ਵਿੱਚ ਉਹਨਾਂ ਨੇ ਫਿਰ ਸਾਨੂੰ ਸਮਝਾਇਆ, ਤੇਰਾ ਭਾਣਾ ਮੀਠਾ ਲਾਗੇ, ਹਰ ਨਾਨਕ ਨਾਮ ਪਦਾਰਥ ਮੰਗੇ। ਸੋ ਗੁਰਮੁਖਾਂ ਦਾ ਜੀਵਨ ਆਪਣੇ ਵਾਸਤੇ ਪ੍ਰੇਰਨਾ ਹੈ। ਗੁਰਬਾਣੀ ਦੇ ਦੱਸੇ ਮਾਰਗ ਤੇ ਚੱਲ ਕੇ ਫਿਰ ਹੀ ਅਸੀਂ ਗੁਰੂ ਸਾਹਿਬਾਂ ਦੇ ਅਸਲੀ ਜੋ ਉਹਨਾਂ ਦਾ ਮਨੋਰਥ ਸੀ, ਉਸ ਨੂੰ ਅਪਣਾ ਕੇ, ਮੰਨ ਕੇ ਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਦੇ ਵਿੱਚ ਸਫਲ ਹੋ ਸਕਦੇ ਹਾਂ। ਇੰਨੀਆਂ ਹੀ ਵਿਚਾਰਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।